ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਅੱਜ ਆਪਾਂ ਗੁਰਬਾਣੀ ਦੇ ਇੱਕ ਸ਼ਬਦ ਵਿਚਾਰ ਕਰਾਂਗੇ, ਇੱਕ ਵਿਸ਼ੇ ਦੇ ਉੱਪਰ ਗੱਲ ਕਰਾਂਗੇ। ਕਿਉਂਕਿ ਗੁਰਬਾਣੀ ਆ ਜੋ ਮਹਾਨ ਗਿਆਨ ਆ ਗੁਰੂ ਦਾ, ਕੋਈ ਵੀ ਗ੍ਰੰਥ, ਕੋਈ ਵੀ ਗਿਆਨ, ਜਦ ਤੱਕ ਅਸੀਂ ਉਸ ਨੂੰ ਵਿਚਾਰਦੇ ਨਹੀਂ, ਖੋਜਦੇ ਨਹੀਂ, ਸਮਝਦੇ ਨਹੀਂ, ਤਦ ਤੱਕ ਸਾਨੂੰ ਪੂਰਨ ਤੌਰ 'ਤੇ ਨਹੀਂ ਪਤਾ ਚੱਲਦਾ ਕਿ ਇਹ ਗਿਆਨ ਆ ਜੋ ਇਹ ਸਾਨੂੰ ਕੀ ਸਿੱਖਿਆ ਦੇ ਰਿਹਾ, ਸਾਨੂੰ ਕੀ ਕਹਿ ਰਿਹਾ, ਇਹਦੇ ਵਿੱਚ ਕੀ ਲਿਖਿਆ ਹੈ। ਕਿਉਂਕਿ ਧਰਮ ਦੇ ਨਾਂ ਦੇ ਉੱਪਰ ਮਾਨਵਤਾ, ਮਨੁੱਖਤਾ ਬੜੇ ਕਰਮ ਕਰ ਰਹੀ ਆ, ਪਰ ਗੁਰਬਾਣੀ ਆ ਜੋ ਅਸਲ ਗਿਆਨ ਆ ਜੋ ਉਹ ਕੁਝ ਹੋਰ ਕਹਿ ਰਿਹਾ। ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਮਨੁੱਖ ਨੂੰ ਪ੍ਰਸ਼ਨ ਕੀਤੇ ਆ, ਸਵਾਲ ਕੀਤੇ ਆ ਕਿ ਕੀ ਤੇਰਾ ਸਿਰਫ ਤੇ ਸਿਰਫ ਰਸਮੀ ਪੂਜਾ ਪਾਠ ਕਰ ਲੈਣਾ, ਭਗਵਾਨ ਦੀ ਉਹਦੀ ਨਕਲੀ ਮੂਰਤੀ ਬਣਾ ਕੇ ਉਹਦੇ ਅੱਗੇ ਪੂਜਾ ਕਰ ਲੈਣੀ, ਤੀਰਥਾਂ ਦੇ ਉੱਪਰ ਜਾ ਕੇ ਸਰੀਰ ਨੂੰ ਧੋਣਾ, ਹੱਜ ਕਰ ਲੈਣਾ, ਮੱਕੇ ਜਾ ਆਉਣਾ, ਕੀ ਇਹ ਸਭ ਤੈਨੂੰ ਇੱਕ ਧਰਮੀ ਪੁਰਸ਼ ਸਾਬਤ ਕਰ ਦੇਵੇਗਾ? ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਬੜੇ ਮਨੁੱਖ ਦੇ ਇਸ ਮਾਇੰਡ ਨੂੰ, ਇਸ ਸੁਰਤ ਨੂੰ ਟੁੰਬਣ ਵਾਲੀ ਗੱਲ ਇਹ ਸਤਿਗੁਰੂ ਜੀ ਨੇ ਕੀਤੀ ਹੈ। ਅਤੇ ਸਤਿਗੁਰੂ ਜੀ ਨੇ ਉਸ ਵੇਲੇ ਦੇ ਧਾਰਮਿਕ ਆਗੂਆਂ, ਉਹਨਾਂ ਪੁਜਾਰੀਆਂ ਨੂੰ ਵੀ ਗੁਰੂ ਪਾਤਸ਼ਾਹ ਜੀ ਨੇ ਕਰੜੇ ਹੱਥੀਂ ਲਿਆ, ਭਗਤ ਸਾਹਿਬਾਂ ਨੇ, ਗੁਰੂ ਸਾਹਿਬਾਨਾਂ ਨੇ, ਭੱਟ ਸਾਹਿਬਾਨਾਂ ਨੇ, ਕਿ ਜੋ ਤੁਸੀਂ ਕਰ ਰਹੇ ਆ ਜਾਂ ਜੋ ਤੁਸੀਂ ਮਨੁੱਖਤਾ ਤੋਂ, ਤੁਹਾਡੇ ਕੋਲ ਜੋ ਲੋਕ ਆਉਂਦੇ ਆ ਉਹਨਾਂ ਤੋਂ ਤੁਸੀਂ ਕਰਵਾ ਰਹੇ ਆ, ਕੀ ਇਹ ਸਹੀ ਹੈ? ਭਗਤ ਕਬੀਰ ਸਾਹਿਬ ਜੀ ਦਾ ਇੱਕ ਆਪਾਂ ਪਾਵਨ ਸ਼ਬਦ ਵਿਚਾਰਾਂਗੇ। ਉਹ ਇਸ ਸ਼ਬਦ ਦੇ ਵਿੱਚ ਇਹੀ ਗੱਲ ਕਰਦੇ ਹੈ। ਉਹ ਹਿੰਦੂ ਮਤ ਦੇ ਵਿਦਵਾਨ ਨੂੰ, ਪੰਡਤ ਨੂੰ, ਆਗੂ ਨੂੰ, ਪੁਜਾਰੀ ਨੂੰ ਉਹ ਸਵਾਲ ਖੜ੍ਹੇ ਕਰਦੇ ਆ ਕਿ ਜੋ ਤੂੰ ਕਰ ਰਹੇ ਆ ਜਾਂ ਤੂੰ ਕਰਵਾ ਰਹੇ ਆ, ਕੀ ਇਹ ਸਹੀ ਹੈ? ਕੀ ਇਹ ਤੈਨੂੰ ਧਰਮੀ ਸਾਬਤ ਕਰਵਾਉਂਦਾ ਹੈ? ਭਗਤ ਸਾਹਿਬ ਕਹਿੰਦੇ ਤੂੰ ਸਰੀਰ ਦੇ ਉੱਪਰ ਬਾਹਰੀ ਚਿੰਨ੍ਹ ਧਾਰਨ ਕੀਤੇ ਹੋਏ ਆ, ਜਨੇਊ ਧਾਰਨ ਕੀਤਾ ਹੋਇਆ, ਟਿੱਕਾ ਲਾਉਂਦਾ ਹੈ, ਕਿ ਇਹਦੇ ਨਾਲ ਤੂੰ ਧਰਮੀ ਬਣ ਗਿਆ? ਜਾਂ ਅਸੀਂ ਕਹਿ ਲਈਏ ਕਿ ਅਸੀਂ ਸਿਰਫ ਕਿਰਪਾਨ ਧਾਰਨ ਕਰ ਲਈ, ਦਸਤਾਰ ਸਜਾ ਲਈ, ਕੇਸ ਰੱਖ ਲਏ, ਕਿ ਇਹਦੇ ਨਾਲ ਅਸੀਂ ਧਰਮੀ ਹੋ ਗਏ? ਗੱਲ ਤਾਂ ਧਰਮ ਵਾਲਾ ਜੋ ਕਰਦਾ ਹੈ, ਗੁਰਬਾਣੀ ਕਰਦੀ ਹੈ, ਸਤਿਗੁਰੂ ਜੀ ਜੋ ਗੱਲ ਕਰਦੇ ਕੋਈ ਮਾਇੰਡ ਦੀ ਗੱਲ ਕਰਦੇ ਹੈ, ਮਨ ਦੀ ਗੱਲ ਕਰਦੇ ਹੈ, ਕਿ ਤੇਰੇ ਰੋਜ਼ ਦੇ ਕਾਰ ਵਿਹਾਰ ਦੇ ਵਿੱਚ ਕੋਈ ਫਰਕ ਪਿਆ, ਕਿ ਮੁੜ ਮੁੜ ਉਹੀ ਕੰਮ ਤਾਂ ਨਹੀਂ ਕਰ ਰਿਹਾ, ਫਿਰ ਵੀ ਅਗਿਆਨਤਾ ਦੇ ਵਿੱਚ ਉਹੀ ਕਰਮ ਤਾਂ ਨਹੀਂ ਕਰ ਰਿਹਾ, ਕਿ ਕੁਝ ਸੋਚਣ ਸਮਝਣ ਦਾ ਘੇਰਾ ਵਿਸ਼ਾਲ ਹੋਇਆ, ਕਿ ਸੋਚਣ ਸਮਝਣ ਦੀ ਵਿਰਤੀ ਦੇ ਵਿੱਚ ਕੋਈ ਚੇਂਜ ਆਇਆ? ਹੁਣ ਰਹਾਉ ਦੇ ਬੰਦ ਵਿੱਚ ਜੋ ਭਗਤ ਕਬੀਰ ਸਾਹਿਬ ਜੀ ਗੱਲ ਕਰਦੇ ਹੈ, ਉਹ ਕਹਿੰਦੇ ਹੈ ਕਿ ਮੇਰੀ ਜਿਹਵਾ ਬਿਸਨ ਨੈਣ ਨਾਰਾਇਣ, ਹਿਰਦੈ ਵਸੈ ਗੋਬਿੰਦਾ, ਜਮ ਦਵਾਰ ਜਬ ਪੂਪਸ਼ ਬਵਰੇ, ਤਵ ਕਿਆ ਕਹਿ ਸਮਕੰਦਾ। ਭਗਤ ਸਾਹਿਬ ਕਹਿੰਦੇ ਵੀ ਠੀਕ ਹੈ, ਤੂੰ ਜਵਾਨ ਦੇ ਉੱਪਰ ਉਹ ਵੇਦ ਪੜ੍ਹਦਾ ਹੈ, ਗਾਇਤਰੀ ਦੇ ਪਾਠ ਕਰਦਾ ਹੈ, ਮੰਤਰ ਉਚਾਰਨ ਕਰਦਾ ਹੈ, ਤੂੰ ਬੜਾ ਕੁਝ ਕਰਦਾ ਹੈ ਧਰਮ ਦੇ ਨਾਂ ਦੇ ਉੱਪਰ, ਪਰ ਮੈਂ ਨਹੀਂ ਕਰਦਾ। ਮੈਂ ਸਿਰਫ ਰਸਮੀ ਨਾ ਤਾਂ ਗਿਣਤੀਆਂ ਮਿਣਤੀਆਂ ਪੂਰੀਆਂ ਕਰਨ ਦੇ ਲਈ ਕੋਈ ਪਾਠ ਕਰਨਾ, ਕੋਈ ਗ੍ਰੰਥ ਪੜ੍ਹਨਾ, ਰਟਣ ਨਹੀਂ ਕਰਦਾ, ਮੈਂ ਹਿਰਦੇ ਵਿੱਚ ਧਾਰਨ ਕੀਤਾ ਹੋਇਆ। ਗੋਬਿੰਦ ਹਿਰਦੈ ਹਮਾਰੇ, ਮੇਰੇ ਹਿਰਦੇ ਵਿੱਚ ਹੈ। ਮੇਰੀ ਜਿਹਵਾ ਬਿਸਨ ਨੈਣ ਨਾਰਾਇਣ, ਹਿਰਦੈ ਵਸੈ ਗੋਬਿੰਦਾ, ਮੇਰੇ ਹਿਰਦੇ ਵਿੱਚ ਹੈ, ਮੇਰੀ ਜ਼ੁਬਾਨ ਦੇ ਉੱਪਰ। ਮੈਂ ਇਹ ਨਹੀਂ ਹੈ ਕਿ ਜੋ ਦਿਲ ਦੇ ਵਿੱਚ ਕੁਝ ਹੋਰ ਹੈ, ਜ਼ੁਬਾਨ ਦੇ ਉੱਪਰ ਕੁਝ ਹੋਰ ਹੈ। ਭਗਤ ਸਾਹਿਬ ਕਹਿੰਦੇ ਤੂੰ ਜਨੇਊ ਧਾਰਨ ਕਰ ਲਿਆ, ਤੂੰ ਕਹਿੰਦਾ ਮੈਂ ਧਰਮ ਦਾ ਆਗੂ ਬਣ ਗਿਆ, ਮੈਂ ਬੜਾ ਧਰਮੀ ਬਣ ਗਿਆ। ਇਵੇਂ ਦੇ ਤਾਗੇ ਤਾਂ ਕਬੀਰ ਸਾਹਿਬ ਕਹਿੰਦੇ ਸਾਡੇ ਘਰ ਦੇ ਵਿੱਚ ਬੜੇ ਰੁਲਦੇ ਫਿਰਦੇ, ਕਿਉਂਕਿ ਮੈਂ ਤਾਂ ਕੰਮ ਹੀ ਰੋਜ਼ ਦੇ ਹੀ ਕਰਦਾ, ਤਾਣਾ ਤਣਦਾ ਵਾਂ, ਮੈਂ ਆਪਣੀ ਉਪਜੀਵਕਾ ਰੋਟੀ ਕਮਾ ਕੇ ਖਾਂਦਾ ਹਾਂ, ਤਾਣਾ ਤਣਦਾ ਹਾਂ, ਮੈਂ ਖੱਡੀ ਦਾ ਕੰਮ ਕਰਦਾ ਹਾਂ,
सूत तणदा है, कपड़े तैयार करदा है, बुनदा हाँ। हम घर सूत तणे नित तानना, मैं तो रोज़ ताने तणदा, इवें दी तागे वटदा। कंठ जनेऊ तुम्हारे, तूं ये 7 गंढां दे के, ये गंढां दे के इनू अपने गल विच पाया होया, तू कहना कि मैं धर्मी हो गया। इवें दे ताने मैं रोज़ तणदा, मेरे घरे इवें दे धागिਆਂ ਦਾ ढेर लग्या पिया। कबीर साहब कहंदे हम घर सूत तणे नित ताना, कंठ जनेऊ तुम्हारी, तुम तो वेद पढ़ो गायत्री गोविंद हृदय हमारे। भगत कबीर साहब कहंदे तू सिर्फ जवान तो पढ़दा है, वेद पढ़दा वां, गायत्रियां दा पाठ करदा है, मंत्रां दे जाप करदा है, पर मेरे हिरदे विच है गोविंद हृदय हमारे। ओ मालिक वाहिगुरू अकाल पुरख अल्लाह, वो मेरे हिरदे विच है। मैं सिर्फ धार्मिक चिन्ह धारण नहीं कीते, मेरी जिह्वा बिसन नैन नारायण, हृदय वसै गोविंदा, जम दवार जब पूशिश बवरे, तब क्या कह समकंदा। भगत कबीर साहब कहंदे तू लोकां नूं तां भरमा सकदा, लोग तां कह सकदे कि पंडित जी आ जनेऊ धारण कीता होया वा, बड़ा तैनूं मान सत्कार दिंदे आ, पर मालक दे अगे उस वाहिगुरू की कचहरी विच की जवाब देवेगा। धर्म द्वार तो भाव ये जो धर्मशाल है, जो इस मालिक दे विधान हुक्म चल रहा, उत्थे की जवाब देवेगा। उत्थे तो तू खरा नहीं उतरिया ना। अपने दिल दे उपर हथ रख के कह कि तेरे मन दे विच कोई सकून है, कोई टका है, शांति है, तैनूं चैन है, नहीं है। सिर्फ चिन्ह धारण कीते होए आ, तू पाठ करदा वां, अपने लिए नहीं करदा, लोकां नूं सुणाउण दे लई करदा। लोकां दी पूजा करवाउणा है, पैसे लैके करवाउणा है। धर्म के नाम के उपर तू अपना तोरी फुलका जिहड़ा चलाया होया, सदियां हज़ारां सालां तो चलाया होया। भगत कबीर साहब कहंदे तू सानू गावां बना के चारदा वां, जिवें गावां हुंदियां ना, गावां दा एक वग हुंदा, उन्हां दा एक पाली हुंदा, उन्हां चारन वाला। इउं सदियां हज़ारां सालां तो भगत कबीर साहब कहंदे पंडित जी तू सानू गावां दे वांग हक्की तुरिया फिरदा। हम गुरु तुम गवार गुसाई, जन्म जन्म रखवारे, जन्मां जन्मां तो सदियां तो लैके असीं तेरियां गावां वां ते तू साडा पाली बणिया होया। जिवें तू सानू कहिंदा सी धर्म के नाम ते असीं उवें कर्म करदे फिरदे सी, तेरे पिछे लग के। कबहू ना पार उतार चढ़ायो, कैसे खसम हमारे। भगत साहब कहंदे कदे कि कदे तू मैनू जिंदगी दे विच सानू तू कदे कोई काम की गल दसी है, कोई काम की गल सुनाई है, कोई धर्म का सच्चा उपदेश ज्ञान कदे दृढ़ कराया कि असल धर्म ये हुंदा भाई। तू सानू मूर्ख ही बनाया, तू सानू पागल ही बनाया, पागल बना के तू ठग्गे ही है, सानू लुटिया ही है। साडे घरां विच आउणा, जन्म तो लैके मरण तक जिवें तू कहना असीं करदे हां। कदे श्राद्ध करा के सातों खवा लिया, खा लिया, दान लै गया, झोली अड्ड के दान मंग लिया, अनाज मंग लिया, पर कदे ज्ञान की गल नहीं सुनाई। जन्म जन्म रखवारे, सदियां हज़ारां सालां तो तू साडा रखवारा बनदा, अपने आप नूं रखवारा कहंदा आउंदा है। तू बामन मैं कासीक जुल्हा, बूझो मोर ज्ञाना, तुम तो भूपत राजे हरसो मोर ध्याना। भगत साहब कहंदे ठीक है, तैनूं लोग पंडित जी कहंदे आ, तैनूं विद्वान कहंदे आ, तेरे अगे सिर झुकाउंदे आ। तू बनारस का ब्राह्मण है, पंडित है, तैनूं विद्वान समझदे आ, बहुत वड्डा तैनूं दर्जा मिलिया। मैं तो एक गरीब बंदा वां। तू बामन मैं कासीक जुल्हा, मैनूं तो तुसीं क्या कि नीवीं जात दा वां, तू तो पढ़ भी नहीं सकदा, तू तो विद्या भी नहीं प्राप्त कर सकदा। बूझो मोर ज्ञाना, मैनूं तो ज्ञान पढ़न समझदी भी तुसीं सानूं इजाजत नहीं दित्ती, सानूं शूद्र कह के तुसीं एक साइड ते लाया होया। तुम वामन मैं कावीर जुल्हा, बूझो मोर ज्ञाना, तुम तो भूपत राजे हरसों मोर ध्याना। पर भगत साहब कहंदे मैं तेरे नालों 100 दर्जे चंगा। तुसीं उन्हां राजियां दे अगे जाके रजोइयां करदे आ, जिन्हां नूं निंददे आ, जिन्हां नूं भंडदे आ। तुसीं उन्हां दे चापलूस बने हुए राजियां दे, उन्हां दी चापलूसी करदे आ। वो तुहानूं कह दिंदे आ कि ये बड़े उच्चे आ, तुसीं उन्हां नूं उच्चे उच्चे कह के दुनिया दे विच उन्हां दा मान सत्कार वधाया होया।
ਉਹਨਾਂ ਦੀ ਚਾਪਲੂਸੀ ਕਰਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਪੋਲੀਟੀਕਲ ਲੋਕਾਂ ਨੂੰ ਤੁਸੀਂ ਉੱਚਾ ਚੁੱਕਦੇ ਆ। ਕਦੇ ਸੱਚ ਨਹੀਂ ਕਹਿਆ, ਉਹ ਦੁਨੀਆ ਨੂੰ ਲੁੱਟੀ ਜਾਣ ਕੁੱਟੀ ਜਾਣ, ਕਦੇ ਸੱਚ ਨਹੀਂ ਬੋਲਿਆ। ਪਰ ਅਸੀਂ ਮਾਲਕ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੋਇਆ, ਉਹ ਗੁਰੂ ਦੇ ਸੱਚ ਦੇ ਰਾਹ ਦੇ ਉੱਪਰ ਚੱਲਦੇ ਹਾਂ, ਧਿਆਨ ਦੇ ਨਾਲ ਮਾਲਕ ਨੂੰ ਧਿਆਉਂਦੇ ਹਾਂ, ਸੱਚੀ ਗੱਲ ਵੀ ਕਹਿੰਦੇ ਹਾਂ। ਤੁਹਾਡੇ ਵਾਂਗ ਕਦੇ ਦੋਗਲੀ ਨੀਤੀ ਨਹੀਂ ਬਣਾਈ। ਤੁਸੀਂ ਜਿਨ੍ਹਾਂ ਨੂੰ ਨਿੰਦਦੇ ਆ ਭੰਡਦੇ ਆ, ਰਾਤ ਬਰਾਤੇ ਉਹਨਾਂ ਦੇ ਘਰਾਂ ਦੇ ਵਿੱਚ ਤੁਸੀਂ ਖਾਣੇ ਖਾਂਦੇ ਫਿਰਦੇ ਆ, ਉਹਨਾਂ ਤੋਂ ਦਾਨ ਲੈਂਦੇ ਫਿਰਦੇ ਆ, ਪਰ ਤੁਸੀਂ ਫਿਰ ਵੀ ਉੱਚੇ ਆ। ਅਸੀਂ 100 ਦਰਜੇ ਤੁਹਾਡੇ ਨਾਲੋਂ ਚੰਗੇ ਆ, ਅਸੀਂ ਫਿਰ ਵੀ ਨੀਵੇਂ ਆ, ਅਸੀਂ ਫਿਰ ਵੀ ਸ਼ੂਦਰ ਵੱਜਦੇ। ਤੂੰ ਬਾਹਮਣ, ਮੈਂ ਕਾਸ਼ੀਕ ਜੁਲਹਾ, ਕਾਂਸੀ ਦਾ ਜੁਲਾਹਾ ਮੈਂ। ਬੂਝੋ ਮੋਰ ਗਿਆਨਾ, ਤੁਮ ਤੋਂ ਭੂਪਤ ਰਾਜੇ ਹਰ ਸੌ ਮੋਰ ਧਿਆਨਾ। ਭਗਤ ਸਾਹਿਬ ਕਹਿੰਦੇ ਪਰ ਅਸੀਂ ਫਿਰ ਵੀ ਤੁਹਾਡੇ ਨਾਲੋਂ 100 ਦਰਜੇ ਚੰਗੇ ਆ, ਅਸੀਂ ਮਾਲਕ ਦੇ ਚਰਨਾਂ ਵਿੱਚ ਪ੍ਰੀਤੀ ਲਾਈ ਹੋਈ। ਸਾਡੇ ਜੀਵਨ ਵਿੱਚ ਦੋਗਲਾਪਨ ਨਹੀਂ ਹੈ। ਸਿਰਫ ਧਰਮ ਦੇ ਚਿੰਨ੍ਹ ਅਸੀਂ ਧਾਰਨ ਨਹੀਂ ਕੀਤੀ ਹੋਈ ਤੁਹਾਡੇ ਵਾਂਗ। ਅਸੀਂ ਇਹ ਨਹੀਂ ਕਹਿੰਦੇ ਕਿ ਜਨੇਊ ਧਾਰਨ ਕਰ ਲਿਆ ਤੁਸੀਂ ਧਰਮੀ ਹੋ ਗਏ। ਤੁਸੀਂ ਕਹਿੰਦੇ ਅਸੀਂ ਜਨੇਊ ਪਾਇਆ ਹੋਇਆ, ਧਾਰਨ ਕੀਤਾ ਹੋਇਆ, ਸਾਡੇ ਜਿੱਡਾ ਧਰਮੀ ਕੋਈ ਨਹੀਂ ਹੈ। ਭਗਤ ਸਾਹਿਬ ਕਹਿੰਦੇ ਮੈਂ ਇਵੇਂ ਦੇ ਪਖੰਡ ਨਹੀਂ ਕਰਦਾ। ਹਮ ਕਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਇਹ ਜਿਹੜਾ ਤੂੰ ਗਲ ਵਿੱਚ ਪਾਈ ਫਿਰਦਾ, ਸਾਡੇ ਘਰ ਇਹਦਾ ਢੇਰ ਲੱਗਿਆ ਪਿਆ। ਸਿਰਫ ਧਾਰਮਿਕ ਚਿੰਨ੍ਹ ਧਾਰਨ ਕਰ ਲੈਣੇ ਹੀ ਬਹੁਤ ਵੱਡੀ ਕੋਈ ਉਪਲਬਧੀ ਪ੍ਰਾਪਤੀ ਨਹੀਂ ਹੈ। ਜੀਵਨ ਵਿੱਚ ਮਾਲਕ ਨੂੰ ਲਿਆਓ। ਗਾਵਾਂ ਵਾਂਗ ਸਾਨੂੰ ਹਿੱਕੀ ਨਾ ਤੁਰੀ ਚੱਲੋ। ਕੋਈ ਗਿਆਨ ਦੀ ਗੱਲ ਸਮਝਾਓ, ਕੋਈ ਗਿਆਨ ਦੀ ਗੱਲ ਸੁਣਾਓ। ਅਤੇ ਅੱਜ ਵੀ ਅਸੀਂ ਇਹ ਵੇਖ ਸਕਦੇ ਹਾਂ ਕਿ ਕੀ ਜੋ ਗੁਰਦੁਆਰੇ ਆ, ਮੰਦਰ, ਚਰਚ, ਮਸਜਿਦ, ਇੱਥੋਂ ਦੇ ਜੋ ਧਰਮ ਦੇ ਠੇਕੇਦਾਰ ਨੇ, ਇਹ ਆਗੂ ਨੇ, ਕੀ ਇਹ ਸਾਨੂੰ ਸਹੀ ਮਾਇਨੇ ਦੇ ਵਿੱਚ ਧਰਮ ਦਾ ਗਿਆਨ ਉਪਦੇਸ਼ ਦ੍ਰਿੜ ਕਰਾਉਂਦੇ ਆ ਕਿ ਸਿਰਫ ਸਾਨੂੰ ਗੁੰਮਰਾਹ ਕਰ ਰਹੇ ਆ? ਇਹ ਹੁਣ ਅਸੀਂ ਸੋਚਣਾ ਸਮਝਣਾ ਹੈ। ਗੁਰੂ ਦੇ ਗਿਆਨ ਨੇ, ਗੁਰਬਾਣੀ ਨੇ ਸਾਨੂੰ ਸਹੀ ਅਰਥਾਂ ਦੇ ਵਿੱਚ ਧਰਮ ਦੀ ਵਿਆਖਿਆ ਦਿੱਤੀ ਕਿ ਸਹੀ ਅਰਥਾਂ ਦੇ ਵਿੱਚ ਧਰਮ ਕੀ ਹੁੰਦਾ। ਗੁਰੂ ਦੇ ਬਹੁਤ ਮਹਾਨ ਉਪਦੇਸ਼ ਸਾਡੇ ਅੱਗੇ ਦ੍ਰਿੜ ਕਰਾਇਆ, ਗੁਰੂ ਨੇ ਕੋਈ ਕਮੀ ਨਹੀਂ ਛੱਡੀ। ਸੋ ਇਹ ਪਾਵਨ ਸ਼ਬਦ ਵਿਚਾਰ ਸਾਡੇ ਜੀਵਨ ਵਿੱਚ ਆਵੇ। ਕਬੀਰ ਸਾਹਿਬ ਜੀ ਨੇ ਉਹ ਸਮੇਂ ਦੇ ਮੌਕੇ ਦੇ ਧਾਰਮਿਕ ਆਗੂ ਨੂੰ, ਪੁਜਾਰੀ ਨੂੰ, ਉਹਨਾਂ ਨੇ ਕਰੜੇ ਹੱਥੀਂ ਲਿਆ। ਉਹਨਾਂ ਨੇ ਸਮਝਾਉਣ ਦਾ ਯਤਨ ਕੀਤਾ ਕਿ ਜੋ ਤੁਸੀਂ ਕਰ ਰਹੇ ਆ ਜਾਂ ਕਰਵਾ ਰਹੇ ਆ ਆਮ ਦੁਨੀਆ ਤੋਂ, ਇਹ ਸਹੀ ਨਹੀਂ ਹੈ, ਇਹ ਧਰਮ ਨਹੀਂ ਹੈ। ਲੋਕਾਂ ਨੂੰ ਸਹੀ ਗਿਆਨ ਦੀ ਗੱਲ ਦੱਸੋ। ਇਹ 'ਚ ਕੋਈ ਸ਼ੱਕ ਨਹੀਂ ਕਿ ਤੁਸੀਂ ਬੜੇ ਪੜ੍ਹੇ ਆ, ਬਹੁਤ ਪੜ੍ਹੇ ਆ, ਤੁਸੀਂ ਬੜਾ ਵਿਚਾਰਿਆ, ਪਰ ਸਹੀ ਨਹੀਂ ਦੱਸ ਰਹੇ। ਖੋਟ ਹੈ ਤੁਹਾਡੇ ਮਨ ਦੇ ਵਿੱਚ। ਖੋਟ ਪੁਣਾ ਛੱਡੋ, ਸਹੀ ਉਪਦੇਸ਼ ਨੂੰ ਲੋਕਾਂ ਤੱਕ ਪਹੁੰਚਾਓ। ਸੋ ਇਹ ਪਾਵਨ ਸ਼ਬਦ ਵਿਚਾਰ ਸਾਡੇ ਜੀਵਨ ਦਾ ਆਧਾਰ ਬਣੇ। ਗੁਰੂ ਪਾਤਸ਼ਾਹ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ